ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ 24 ਜੂਨ ਆਇਲਸ ਐਗਜ਼ਾਮ ਰਿਵਿਊ ਦੀ, ਜਿਸ ਦੇ ਵਿੱਚ ਅੱਜ ਆਪਾਂ ਫੁੱਲ ਸੈਂਪਲ ਆਂਸਰ ਦੀ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬੈਟਰ ਵੇ ਦੇ ਨਾਲ ਲਿਖ ਸਕਦੇ ਸੀਗੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰਦਾ। ਆਪਣੇ ਕੋਲ ਜੋ ਆਪਣਾ ਰਾਈਟਿੰਗ ਬੈਚ ਹੈ, 1 ਜੁਲਾਈ ਨੂੰ ਨਿਊ ਰਾਈਟਿੰਗ ਬੈਚ ਸਟਾਰਟ ਹੋਣ ਜਾ ਰਿਹਾ, ਜਿਸ ਦੇ ਵਿੱਚ ਇੱਕ ਜੋ ਆਪਣੇ ਕੋਲ ਹੋਰ ਇੱਕ ਫੀਚਰ ਜਿਹੜਾ ਐਡ ਹੋਣ ਜਾ ਰਿਹਾ ਆਪਣੇ ਨਿਊ ਬੈਚ ਦੇ ਵਿੱਚ। ਜਿੱਦਾਂ ਕਿ ਪਹਿਲਾਂ ਆਪਾਂ ਸੈਂਟੈਂਸ ਵੇਰੀਏਸ਼ਨ ਕਰਦੇ ਸੀ, ਸੈਂਪਲ ਆਂਸਰ ਕਰਦੇ ਸੀ, ਟਿਪਸ ਫॉर 7 1 ਬੈਚ ਦੇ ਵਿੱਚ ਕਰਦੇ ਸੀ 1 ਮੰਥ ਦੇ ਵਿੱਚ, ਠੀਕ ਹੈ। ਤਾਂ ਹੁਣ ਇੱਕ ਹੋਰ ਜੋ ਆ ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਹੈ, ਠੀਕ ਹੈ। ਵੋਕੈਬ ਤੁਹਾਨੂੰ ਉੱਦਾਂ ਦੀ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ, ਲਿਖੇ ਲਿਖਾਏ ਵਰਡਸ ਜਿਹੜੇ ਤੁਹਾਨੂੰ ਮਿਲਣਗੇ, ਠੀਕ ਹੈ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਸਾਰੇ ਟੌਪਿਕ ਕਵਰ ਕਰ ਸਕਦੇ। ਜਿੱਦਾਂ ਬੇਸਿਕ ਟੌਪਿਕ ਹੁੰਦੇ ਨੇ ਆਪਣੇ ਕੋਲ ਕ੍ਰਾਈਮ 'ਤੇ, ਹੈਲਥ 'ਤੇ, ਐਜੂਕੇਸ਼ਨ, ਗੌਰਮੈਂਟ, ਠੀਕ ਹੈ। ਇਹਨਾਂ ਟੌਪਿਕ ਦੀ ਤੁਸੀਂ ਕੀ ਆ ਜਿਹੜੀ ਵਕੈਬ ਲੱਭਦੇ ਆ, ਠੀਕ ਹੈ। ਆਪਾਂ ਨੂੰ ਨਹੀਂ ਪਤਾ ਹੁੰਦਾ ਐਗਜ਼ਾਮ 'ਚ ਕਿੱਦਾਂ ਦਾ ਟੌਪਿਕ ਹੋਣਾ, ਬਟ ਵਕੈਬ ਤਾਂ ਇੰਪੋਰਟੈਂਟ ਹੈ। ਜਦੋਂ ਵੀ ਆਪਾਂ ਰਾਈਟਿੰਗ ਦੀ ਗੱਲ ਕਰੀਏ ਤਾਂ ਵਕੈਬ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਜਿਨ੍ਹਾਂ ਸਟੂਡੈਂਟਸ ਦੀ 7+ ਰਿਕੁਆਇਰਮੈਂਟ ਹੈ ਤਾਂ ਉਹਨਾਂ ਨੂੰ ਅੱਛੀ ਵਕੈਬ ਚਾਹੀਦੀ ਹੈ, ਠੀਕ ਹੈ। ਅਤੇ ਇਸ ਬੈਚ ਦੇ ਵਿੱਚ ਜਿਹੜੀ ਵਕੈਬ ਵੀ ਪ੍ਰੋਵਾਈਡ ਕੀਤੀ ਜਾਏਗੀ, ਠੀਕ ਹੈ। ਬਹੁਤ ਹੀ ਤੁਸੀਂ ਅਫੋਰਡੇਬਲ ਫੀਸ 'ਤੇ ਇਸ ਬੈਚ ਨੂੰ ਜੁਆਇਨ ਕਰ ਸਕਦੇ ਹਾਂ। ਤੁਸੀਂ ਗਿਵਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੈਗੇ ਆ, ਠੀਕ ਹੈ। 1 ਜੁਲਾਈ ਤੋਂ ਆਪਣਾ ਬੈਚ ਸਟਾਰਟ ਹੋਣਾ, ਆਫਰ ਉਸ ਦਾ ਕੀ ਹੈ, ਠੀਕ ਹੈ। ਆਪਣੇ ਕੋਲ 30 ਤੋਂ ਬਾਅਦ ਕੋਈ ਵੀ ਐਡਮਿਸ਼ਨ ਨਹੀਂ ਹੋਗੀ, 30 ਜੂਨ ਤੋਂ ਬਾਅਦ ਕੋਈ ਐਡਮਿਸ਼ਨ ਨਹੀਂ ਹੋਏਗੀ। 1 ਜੁਲਾਈ ਨੂੰ ਆਪਣਾ ਜਿਹੜਾ ਬੈਚ ਨਿਊ ਸਟਾਰਟ ਹੋਏਗਾ, GT ਐਂਡ ਅਕੈਡਮਿਕ ਸਟੂਡੈਂਟਸ ਦੇ ਲਈ, ਦੋਨੋਂ ਦੇ ਲਈ ਹੈਗਾ, ਠੀਕ ਹੈ। ਤਾਂ 1 ਮੰਥ ਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਰਾਈਟਿੰਗ ਦੇ ਰਿਗਾਰਡਿੰਗ ਕਲੀਅਰ ਕਰਵਾਇਆ ਜਾਂਦਾ ਹੈ, ਠੀਕ ਹੈ। ਜੋ ਸਟੂਡੈਂਟਸ 5 on 5 'ਤੇ ਸਟੱਕ ਨੇ, ਠੀਕ ਹੈ, ਐਗਜ਼ਾਮ ਵੀ ਦੇ ਚੁੱਕੇ ਨੇ, ਤਾਂ ਪਲੀਜ਼ ਇੱਕ ਵਾਰ ਜਿਹੜਾ ਤੁਸੀਂ ਜ਼ਰੂਰ ਜੁਆਇਨ ਕਰੋ ਇਸ ਬੈਚ ਨੂੰ। ਤੁਹਾਨੂੰ 100% ਜਿਹੜਾ ਇਸ ਦਾ ਬੈਨੀਫਿਟ ਹੋਏਗਾ, ਠੀਕ ਹੈ। ਤਾਂ ਆਫਟਰ 1 ਮੰਥ ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਇੰਪਰੂਵਮੈਂਟ ਖੁਦ ਨੋਟਿਸ ਕਰੋਗੇ, ਠੀਕ ਹੈ। ਓਕੇ, ਉਸ ਤੋਂ ਅੱਗੇ ਆਪਣੇ ਕੋਲ ਜਿਹੜੇ ਅੱਜ ਦਾ ਸੈਂਪਲ ਆਂਸਰ ਹੈ ਉਹ ਦੇਖ ਲੈਂਦੇ ਹਾਂ ਆਪਾਂ। Some people think it is better for one single legal system throughout the world, ਠੀਕ ਹੈ। ਕਹਿੰਦੇ ਸਾਰੇ ਵਰਲਡ ਦੇ ਵਿੱਚ ਇੱਕ ਹੀ ਲੀਗਲ ਸਿਸਟਮ ਜਿਹੜਾ ਕੀ ਆ ਬਹੁਤ ਹੈ, ਠੀਕ ਹੈ, ਬੈਟਰ ਹੈ। ਬਟ ਕੀ ਆ ਅਦਰ ਸੇ ਕੰਟਰੀ ਸ਼ੁੱਡ ਹੈਵ ਦੇਅਰ ਓਨ ਲਾਅ, ਠੀਕ ਹੈ। ਬਟ ਕੁਛ ਕਹਿੰਦੇ ਨੇ ਕਿ ਨਹੀਂ, ਕੰਟਰੀਜ਼ ਦਾ ਆਪਣਾ ਜਿਹੜਾ ਕੀ ਆ, ਹਰ ਇੱਕ ਦਾ ਆਪਣਾ ਆਪਣਾ ਜਿਹੜਾ ਸਿਸਟਮ ਹੋਣਾ ਚਾਹੀਦਾ। ਡਿਸਕਸ ਬੋਥ ਵਿਊਜ਼ ਐਂਡ ਗਿਵ ਯਰ ਓਨ ਓਪੀਨੀਅਨ, ਆਪਣਾ ਓਪੀਨੀਅਨ ਦੇਣਾ ਸੀ, ਦੋਨੋਂ ਵਿਊਜ਼ ਹੀ ਡਿਸਕਸ ਕਰਨੇ ਸੀ। ਤਾਂ ਓਕੇ, ਪਹਿਲਾਂ ਆਪਾਂ ਜਿਹੜੀ ਰੀਫਰੇਜ਼ ਕਰਦੇ ਹਾਂ, ਤਾਂ ਰੀਫਰੇਜ਼ ਦੇ ਲਈ ਆਪਾਂ ਕੀ ਕਰਨਾ ਹੁੰਦਾ ਗਾ, ਸੈਂਟੈਂਸ ਟੂ ਸੈਂਟੈਂਸ ਕਰਦੇ ਹਾਂ, ਠੀਕ ਹੈ। ਐਂਡ ਤੀਸਰੀ ਲਾਈਨ 'ਚ ਕਲੀਅਰ ਕਰਨਾ ਹੁੰਦਾ ਤੁਸੀਂ ਕੀ ਲਿਖਣਾ ਹੈ ਅੱਗੇ ਇਸ 'ਚ, ਠੀਕ ਹੈ। Okay, there is a most controversial issue today relates to whether a common policy or national own law is better for nations, ठीक है। ਕਹਿੰਦੇ ਨੇ ਕਿ ਇਹ ਕੀ ਆ, ਕਾਫੀ ਜਿਹੜਾ ਆਪਣੇ ਕੋਲ ਡਿਬੇਟ ਹੋ ਰਹੀ ਹੈ ਇਸ ਇਸ਼ੂ 'ਤੇ, ਠੀਕ ਹੈ। ਵੈਦਰ ਔਰ ਆਪਣੇ ਕੋਲ ਜਿਹੜਾ ਇੱਕ ਕੰਪਲੈਕਸ ਸਟਰਕਚਰ ਹੈ, ਜਿਸ ਦੇ ਵਿੱਚ 2 ਪੋਜ਼ੀਟਿਵ ਆਪਸ਼ਨ ਹੋਣ ਤਾਂ ਆਪਾਂ ਉਦੋਂ ਲਗਾਉਂਦੇ ਹੁੰਦੇ ਹਾਂ, ਠੀਕ ਹੈ। ਕਿ ਕਹਿ ਰਹੇ ਨੇ, ਕੁਛ ਲੋਕ ਕਹਿੰਦੇ ਨੇ ਕਿ ਹਰ ਇੱਕ ਦਾ ਆਪਣਾ ਜਿਹੜਾ ਹੋਣਾ ਚਾਹੀਦਾ ਹੈ, ਠੀਕ ਹੈ। ਬਟ ਕੁਛ ਕਹਿ ਰਹੇ ਨੇ ਕਿ ਨਹੀਂ, ਜਿਹੜਾ ਕੀ ਆ ਇੱਕੋ ਹੀ ਜਿਹੜਾ ਰੂਲ ਹੋਣਾ ਚਾਹੀਦਾ ਹੈ ਪੂਰੇ ਵਰਲਡ ਦੇ ਵਿੱਚ, ਠੀਕ ਹੈ। ਇਨ ਦਿਸ ਐਸੇ, ਇਸ ਐਸੇ ਦੇ ਵਿੱਚ ਕੀ ਆ, ਆਈ ਵਿਲ ਐਗਜ਼ਾਮਿਨ ਦਿਸ ਕੁਐਸਚਨ, ਠੀਕ ਹੈ। ਮੈਂ ਇਸ ਕੁਐਸਚਨ ਨੂੰ ਐਗਜ਼ਾਮਿਨ ਕਰਨਾ ਫਰੋਮ ਬੋਥ ਪੁਆਇੰਟ ਆਫ ਵਿਊਜ਼, ਮੈਂ ਦੋਨੋਂ ਪੁਆਇੰਟਸ ਨੂੰ ਲੈ ਕੇ ਇਸ ਨੂੰ ਕੁਐਸਚਨ ਨੂੰ ਐਗਜ਼ਾਮਿਨ ਕਰਨਾ ਅਲੋਂਗ ਵਿਦ ਮਾਈ ਪਰਸਪੈਕਟਿਵ। ਐਂਡ ਨਾਲ ਦੀ ਨਾਲ ਕੀ ਆ, ਮੈਂ ਆਪਣਾ ਪਰਸਪੈਕਟਿਵ ਵੀ ਦੇਣਾ ਹੈ, ਠੀਕ ਹੈ। ਇਹ ਰੀਫਰੇਜ਼ ਹੋ ਗਈ ਆਪਣੀ ਸੈਂਟੈਂਸ ਟੂ ਸੈਂਟੈਂਸ, ਜਿਹਦੇ ਵਿੱਚ ਇੱਕ ਕੰਪਲੈਕਸ ਐਡ ਕਰ ਦਿੱਤਾ, ਠੀਕ ਹੈ। ਐਂਡ ਨਾਲ ਦੀ ਨਾਲ ਤੀਸਰੀ ਲਾਈਨ ਦੇ ਵਿੱਚ ਵੀ ਆਪਾਂ ਕਲੀਅਰ ਕਰ ਦਿੱਤਾ ਕਿ ਆਪਾਂ ਜਿਹੜਾ ਪਰਸਪੈਕਟਿਵ ਆਪਣਾ ਦੇ ਕੇ ਜਿਹੜਾ ਕਰਨਾ, ਠੀਕ ਹੈ। ਕੰਟਰੋਵਰਸ਼ੀਅਲ ਆਪਣੇ ਕੋਲ ਜੋ ਵਕੈਬ ਦਾ ਵਰਡ ਹੈ, ਠੀਕ ਹੈ। ਉਸ ਤੋਂ ਅੱਗੇ ਤੁਸੀਂ ਵੈਦਰ ਔਰ ਕੰਪਲੈਕਸ ਲਗਾ ਸਕਦੇ ਆ, ਠੀਕ ਹੈ। ਪੋਲਿਸੀ ਆਪਾਂ ਲਗਾ ਦਿੱਤਾ, ਤੁਸੀਂ ਨੇਸ਼ਨਸ ਲਗਾ ਸਕਦੇ ਆ, ਕੰਟਰੀ ਨੂੰ, ਠੀਕ ਹੈ। ਇੱਦਾਂ ਦੇ ਵਕੈਬ ਐਡ ਕਰਿਆ ਕਰੋ। ਤਾਂ ਤੁਸੀਂ ਲਾਈਕ ਆਪਣੇ ਕੋਲ ਜਿਹੜਾ ਆਪਾਂ ਓਨ ਓਪੀਨੀਅਨ ਲਿਖਦੇ ਹਾਂ, ਠੀਕ ਹੈ, ਤੁਸੀਂ ਮਾਈ ਪਰਸਪੈਕਟਿਵ ਲਿਖ ਦਿੱਤਾ। ਇੱਦਾਂ ਦੀ ਜਿਹੜੀ ਆਪਣੇ ਵਕੈਬਰਡ ਛੋਟੇ ਛੋਟੇ ਐਡ ਕਰੋਗੇ ਤਾਂ ਤੁਹਾਡਾ ਜਿਹੜਾ ਕਾਫੀ ਬੈਨੀਫਿਟ ਹੋਏਗਾ, ਠੀਕ ਹੈ। ਸਕੋਰ ਬੂਸਟ ਹੋਣਗੇ। ਆਫਟਰ ਦੈਟ ਆਪਾਂ BP1 ਸਟਾਰਟ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਇਹ ਦੱਸਣਾ ਹੈਗਾ ਕਿ ਲਾਈਕ ਕੀ ਬੈਨੀਫਿਟਸ ਨੇ, ਠੀਕ ਹੈ, ਕਿ ਕੋਰਟ ਸਿਸਟਮ ਹੋਣ ਦੇ, ਇੱਕੋ ਹੀ ਕੋਰਟ ਸਿਸਟਮ ਹੋਣ ਦੇ ਮੈਨੀ ਸਿਸਟਮਸ ਦੇ ਵਿੱਚ, ਮੈਨੀ ਸਟੇਟਸ ਦੇ ਵਿੱਚ, ਠੀਕ ਹੈ। ਆਪਾਂ ਗੱਲ ਕਰਦੇ ਹਾਂ ਟੂ ਬਿਗਨ ਵਿਦ, ਸਟਾਰਟ ਕਰਨ ਲੱਗੇ ਹਾਂ। ਦੇਰ ਆਰ ਸੈਵਰਲ ਬੈਨੀਫਿਟਸ ਆਫ ਵਨ ਕੋਰਟ ਸਿਸਟਮ ਇਨ ਦਾ ਮੈਨੀ ਸਟੇਟਸ, ਕਹਿੰਦੇ ਅਗਰ ਕਾਫੀ ਸਟੇਟਸ ਦੇ ਵਿੱਚ ਇੱਕੋ ਹੀ ਕੋਰਟ ਸਿਸਟਮ ਆ ਤਾਂ ਇਹਦੇ ਕਾਫੀ ਬੈਨੀਫਿਟਸ ਨੇ। ਫਸਟ ਵਿਊ ਡਿਸਕਸ ਕਰਨ ਜਾ ਰਹੇ ਹਾਂ, ਉਸ ਦੇ ਪਿੱਛੇ ਦਾ ਬੈਨੀਫਿਟ ਦੱਸਾਂਗੇ। ਫਸਟ ਐਂਡ ਫੋਰਮੋਸਟ ਪਹਿਲਾ ਕੀ ਆ, ਸਿੰਪਲਸਿਟੀ ਐਜ਼ ਵੈਲ ਐਜ਼ ਐਫੀਸ਼ੀਐਂਸੀ, ਕਹਿੰਦੇ ਦੋ ਨੇ, ਸਿੰਪਲਸਿਟੀ ਵੀ ਆ, ਐਜ਼ ਕੀ ਆ, ਐਫੀਸ਼ੀਐਂਸੀ ਵੀ ਹੈਗੀ ਹੈ, ਠੀਕ ਹੈ। ਟੂ ਇਲੂਸਟ੍ਰੇਟਡ ਕਿੱਦਾਂ ਹੈ ਉਹ ਆਪਾਂ ਲੈਬੋਰੇਸ਼ਨ ਦੇ ਵਿੱਚ ਕਰਾਂਗੇ। ਫਸਟ ਪੁਆਇੰਟ ਇਹ ਦਿੱਤਾ ਹੈਗਾ, several countries that have similar characteristics must be regulated by one single system, ਕਹਿੰਦੇ ਜਿਹੜੇ ਕਰੈਕਟਰਿਸਟਿਕਸ ਜਿਹੜੀਆਂ ਸੇਮ ਨੇ, ਠੀਕ ਹੈ, ਉਹ ਕੀ ਆ, ਰੈਗੂਲੇਟਡ ਹੋਣੀਆਂ ਚਾਹੀਦੀਆਂ ਵਨ ਸਿੰਗਲ ਰੂਲ ਦੇ ਨਾਲ, ਠੀਕ ਹੈ। ਬਿਕੋਜ਼ ਇਟ ਇਜ਼ ਨੋਟ ਓਨਲੀ ਸਿੰਪਲ ਪ੍ਰੋਸੈਸ, ਨਾ ਹੀ ਇਹ ਕਹਿੰਦੇ ਇਕੱਲਾ ਸਿੰਪਲ ਪ੍ਰੋਸੈਸ ਹੀ ਨਹੀਂ ਹੈਗਾ, ਬਟ ਆਲਸੋ ਰਿਕਵਾਇਰਡ ਲੈਸ ਰਿਸੋਰਸ ਇਨ ਔਰਡਰ ਟੂ ਮੇਕ ਦਾ ਸਿਸਟਮ ਮੋਰ ਈਜ਼ਲੀ ਇੰਪਲੀਮੈਂਟਡ ਅਕਰੋਸ ਦਾ ਬਾਰਡਰ।
कह रहे हैं कि सिंपल प्रोसैस ही नहीं हैगा, नाल दी नाल की हैगा ईजिली इंप्लीमेंट होंदा है लैस रिसोर्स दी हैल्प दे नाल, ठीक है, अक्रॉस द बॉर्डर, ठीक है। अगर वो सेम अपने को रूल दो कंट्री च फॉलो किया जा रहा तो वो लिए कि लैस रिसोर्स यूज होंगे, सिंपल प्रोसैस रहेगा, एफिशिएंसी रहेगी, ठीक है। तो ये चीज़ आप लिखी हैगी पॉइंट, उस तो अगे आप एग्जाम्पल दी हैगी फॉर एग्जाम्पल अकॉर्डिंग टू अ सर्वे, एक सर्वे के अकॉर्डिंग जो फाउंड किया गया है दैट हैविंग सम रूल्स रेगूलेशन कि हैविंग सेम रूल्स एंड रेगूलेशन मोर एफिशिएंट बिकॉज इट विल डिक्रीज द ह्यूमन लेबर, ठीक है। तो आप ये लगाया ना कि लैस रिसोर्स जो डिमांड करते हैं, तो आप एग्जाम्पल भी दसता कि एक सर्वे ने फाउंड किया कि अगर हैविंग सेम रूल्स एंड रेगूलेशन, अगर सेम रूल्स एंड रेगूलेशन आ तो वो मोर एफिशिएंट है, ठीक है। बिकॉज क्यों वो कारण दसिया बिकॉज इट विल डिक्रीज द ह्यूमन लेबर, ये ह्यूमन की लेबर में जोड़ा कि डिक्रीज करता है। एज अ रिजल्ट इट इज़ बेनीफिशियल फॉर नेशनस, तो रिजल्ट इस ये निकलता कि नेशनस के लिए की है बेनीफिशियल है, ठीक है। ये फर्स्ट पॉइंट जो आप डिस्कस किया कि किदा एक जोड़ा रूल हैगा हर एक कंट्री के मैनी कंट्रीज के एक रूल है तो वो की बेनीफिट्स ने, सिंपलसिटी एंड एफिशिएंसी, ये वो जो बेनीफिट्स ने, ठीक है। एंड आफ्टर दैट आप सैकेंड की गल करेंगे कि क्यों ओन रूल होने चाहिए, हर एक कंट्री एक डिफरेंट रूल होना चाहिए, उसकी गल करेंगे, ठीक है। स्टार्ट करते हैं। हाउ एवर अदर हैव कॉन्फ्लिक्टिंग व्यूज़ एंड ओपाइन दैट सिंगल लॉ सिस्टम फॉर ऑल नेशन इज़ एन आइडल वे, ठीक है। कहते अदर्स दे कॉन्फ्लिक्टिंग व्यूज़ है, ठीक है, होर जोड़े लोग ने उन्होंने तो इन्हों तो उल्ट व्यूज़ ने, ठीक है। कॉन्फ्लिक्टिंग होंगे है कॉन्ट्राडिक्ट व्यूज़ एंड ओपाइन दैट, ओपाइन वो की करते हैं सिंगल लॉ सिस्टम, ठीक है, पॉलिसी कोर्ट सिस्टम लॉ सिस्टम सारे सिनोनिम ने एक दूसरे के, ठीक है। तुम ईजिली वकैब का पार्ट कवर कर सकते हैं। फॉर ऑल नेशनस इज़ एन आइडल वे, ये कहते कि एक आइडल वे आ किदा बिकॉज एवरी नेशन हैज़ इट्स ओन करैक्टरिस्टिक्स एंड डिफरेंट प्रॉब्लम्स, कहते हर एक कंट्री का अपना अपना लाइक फंडा है, ठीक है। किसी की कोई प्रॉब्लम है, किसी की कोई प्रॉब्लम है, तो फिर वो की अपना अपना लॉ होना ही जरूरी है, ठीक है। मतलब कल्चर ट्रडिशन एंड एक्टिविटीज़ लोग जिदा दी करते हैं उत्थे, ठीक है, उदा के अकॉर्डिंग ही रूल्स बनाए जाते हैं, ठीक है। अगर कोई लाइक ट्रैफिक के रिगार्डिंग ज़्यादा उत्थों के सिटीजनस जो खराब कर रहे तो ट्रैफिक के अकॉर्डिंग स्ट्रिक्स रूल जोड़े इंप्लीमेंट किए जाएंगे, ठीक है। अगर वो किसी होर चीज़ की गल कर जिदा दी मतलब एक्टिविटीज़ करनगे सिटीजनस, ठीक है, उदा के रूल्स होंगे ने कंट्रीज़ के, तो सब दी डिफरेंट प्रॉब्लम्स होंगे ने, ठीक है, तो डिफरेंट ही रूल्स रेगूलेशन होंगे ने, ठीक है। तो उस तरीके के नाल की है हर एक का अपना अपना अगर रूल रहेगा तो ज़्यादा सही रहेगा, ठीक है। टू एक्सप्लेन इट इज़ ट्रू दैट कहते ये सच आ द लीगल सिस्टम शुड बी इस्टैबलिश बेस्ड ऑन द डिस्टिंक्ट करैक्टरिस्टिक्स एज वेल एज ट्रडिशन ऑफ द कंट्री, कहते ये तो सच है जो लीगल सिस्टम वो इस्टैबलिश ही मतलब उस चीज़ से होंदा है डिस्टिंक्ट करैक्टरिस्टिक्स से, ठीक है, डिफरेंट करैक्टरिस्टिक्स एंड ट्रडिशनस से, ठीक है, कि किदां दा उत्थे रिवाज वगैरह किदां दी किहड़ियां चीज़ां चल रही ने, ठीक है, उस ते बेस होंदा जो अपना लीगल सिस्टम है, ठीक है, रूल्स ने रेगूलेशंस ने, ठीक है। सो दैट इट इज़ इंपॉर्टेंट, ठीक है, फिर की है ये इंपॉर्टेंट है टू मेक लॉ अकॉर्डिंग टू कंट्रीज़ एक्टिविटीज़, कहते फिर ये भी जरूरी हो जाता है कि कंट्रीज़ की जिहड़ियां एक्टिविटीज़ ने उन्होंने अकॉर्डिंग ही आप लॉज बनाइए, ठीक है। हैंस दिस द रिजल्ट की निकलता हैविंग सम काइंड सेम काइंड ऑफ रूल्स एंड रेगूलेशन, ठीक है, सेम काइंड के अगर रूल्स एंड रेगूलेशनस हैगे ने तो उन्होंने की है हैव हाई पॉसिबिलिटी टू डिस्टर्बिंग अ कंट्रीज़ इमेज, अगर कहते सेम काइंड ऑफ रूल्स एंड रेगूलेशन हो जान तो फिर वो की हाई पॉसिबिलिटी है कि वो डिस्टर्ब होगी कंट्री की इमेज, क्योंकि वो प्रॉपर वे दे डील नहीं कर पाएगी सिटीजनस के नाल, ठीक है। तो ये चीज़ एक आप ये दस दिता कि क्यों लोग ये सोच रहे हैं कि अपना अपना लॉ होना चाहिए, क्यों एक पास ये दिता कि क्यों लोग सोच रहे कि सारिया कंट्रीज इक्को जड़ा रूल्स रेगूलेशन होने चाहिए हैं, ठीक है। दोनों व्यूज़ को डिस्कस कर देते, हुण टर्म आई अपने व्यू पॉइंट की, ठीक है। ओके इन कनक्लूजन दे विच दस रहे हैं डिस्पाइट हैविंग सर्टन बेनीफिट्स ऑफ एन इंटरनेशनल सैट ऑफ रूल्स एंड लॉज, हुण देखो आप सेम काइंड के दो बार लगा दिता, BP1 च भी लगाते BP2 च भी, हुण आप इंटरनेशनल गल कर लांगे, इंटरनेशनल मतलब सारे बस इक्को जा, ठीक है, जस्ट वकैब ऐड कर रही है, जरूर नहीं होंदा अगर एक वर्ड है जिद्दां हुण सेम आ तो सेम का ही तुसीं सिनोनिम लभोगे, ठीक है, उहदे नाल होर किहनूं आपां किहड़ी चीज़ की गल कर सकते हैं उस दे वर्ड्स, ठीक है। इस इदां दे सारे वर्ड्स जिहड़े हैगे आ तुहानूं बैच दे विच प्रोवाइड किए जाएंगे जिन्हें थोड़ी डेफिनेटली जी राइटिंग है इंप्रूव होएगी, ठीक है। तो जिदा अपने को इंटरनेशनल सैट ऑफ रूल्स एंड लॉ आई एम स्टिल कहते ठीक है कुछ जोड़े हैगे ने बेनीफिट्स इंटरनेशनल अगर रूल्स रेगूलेशन होंदा है सब दे विच सेम होंदा है,
फिर भी की है आई एम स्टिल ऑफ द ओपीनियन दैट, ठीक है, कि मैं फिर भी इस ओपीनियन च हैगा कि ਜਿਹੜੀ ਸੈਪਰੇਟ ਸਿਸਟਮ ਨੀਡਸ ਟੂ ਬੀ ਅਪਲਾਈਡ ਅਕੋਰਡਿੰਗ ਟੂ ਸਿਟੀਜ਼ਨਸ ਡਿਮਾਂਡ, ਬਟ ਫਿਰ ਵੀ ਮੈਨੂੰ ਇਹ ਲੱਗਦਾ ਕਿ ਸੈਪਰੇਟ ਅਲੱਗ ਹੋਣਾ ਚਾਹੀਦਾ ਹੈਗਾ ਸਿਸਟਮ, ਠੀਕ ਹੈ, ਹਰ ਇੱਕ ਕੰਟਰੀ 'ਤੇ ਅਪਲਾਈ, ਠੀਕ ਹੈ, ਅਕੋਰਡਿੰਗ ਟੂ ਸਿਟੀਜ਼ਨਸ ਡਿਮਾਂਡ, ਕਿ ਜਿੱਦਾਂ ਦੀ ਸਿਟੀਜ਼ਨਸ ਦੀ ਡਿਮਾਂਡ ਆ, ਮਤਲਬ ਜਿੱਦਾਂ ਦਾ ਉਹਦਾ ਕਲਚਰ ਟਰਡੀਸ਼ਨ ਹੈ, ਜਿੱਦਾਂ ਦੀ ਉਹ ਐਕਟੀਵਿਟੀ ਕਰ ਰਹੇ ਨੇ, ਠੀਕ ਹੈ, ਉੱਦਾਂ ਦੀ ਹੀ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਬਣਨੇ ਚਾਹੀਦੇ ਨੇ, ਠੀਕ ਹੈ। ਤਾਂ ਇਹ ਸੀ ਆਪਣਾ ਜਿਹੜਾ ਬੋਥ ਵਿਊਜ਼ ਦਾ ਐਸੇ ਜੋ ਆਪਾਂ ਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਆ ਜਦੋਂ ਵੀ ਤੁਸੀਂ ਰਾਈਟਿੰਗ ਕਰਦੇ ਆ, ਉਸ ਦੇ ਵਿੱਚ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ। ਸੈਂਟੈਂਸ ਵੇਰੀਏਸ਼ਨ, ਠੀਕ ਹੈ, ਫਸਟ ਆਫ ਆਲ ਸੈਂਟੈਂਸ ਵੇਰੀਏਸ਼ਨ ਆਉਂਦੀ ਹੈ ਜੋ ਕਿ ਬਹੁਤ ਇੰਪੋਰਟੈਂਟ ਹੈ, ਜਿੱਦਾਂ ਕੰਪਲੈਕਸ ਸੈਂਟੈਂਸ, ਪੈਸਿਵ ਸੈਂਟੈਂਸ, ਕੰਡੀਸ਼ਨਲ ਸੈਂਟੈਂਸ, ਸਿੰਪਲ ਸੈਂਟੈਂਸ, ਠੀਕ ਹੈ। ਆਫਟਰ ਦੈਟ ਆਪਣੇ ਕੋਲ ਵਕੈਬ ਆ ਜਾਂਦੀ ਹੈ। ਕੁਛ ਟੌਪਿਕ ਜਿੱਦਾਂ ਕਾਮਨ ਟੌਪਿਕ ਹੁੰਦੇ ਨੇ ਆਪਣੇ ਕੋਲ, ਉਹਨਾਂ ਦੀ ਵਕੈਬ ਕਵਰ ਕਰ ਲਓ ਈਜ਼ੀਲੀ, ਹਰ ਇੱਕ ਐਸੇ ਦੇ ਵਿੱਚ ਜਿਹੜੀ ਆਪਣੇ ਕੋਲ ਫਿੱਟ ਹੋ ਜਾਂਦੀ ਆ, ਤਾਂ ਤੁਹਾਡਾ ਜਿਹੜਾ ਵਧੀਆ ਸਕੋਰ ਆ ਸਕਦਾ ਹੈ, ਠੀਕ ਹੈ। ਵਕੈਬ ਆਫਟਰ ਦੈਟ ਆਪਣੇ ਕੋਲ ਸਟਰਕਚਰ ਹੁੰਦਾ ਹੈ, ਠੀਕ ਹੈ, ਤਾਂ ਸਟਰਕਚਰ ਨੂੰ ਤੁਸੀਂ ਫੋਲੋ ਕਰੋਗੇ ਤਾਂ ਵਧੀਆ ਆਪਣੇ ਜਿਹੜੇ ਸਕੋਰ ਆ ਸਕਦੇ ਆ, ਠੀਕ ਹੈ। ਤਾਂ ਇਹ ਅਗਰ ਤੁਸੀਂ ਰਾਈਟਿੰਗ ਦੇ ਵਿੱਚ ਇਹ ਚੀਜ਼ਾਂ ਕਵਰ ਕਰਦੇ ਹੋ, ਟਾਸਕ ਰਿਸਪੌਂਸ ਫੁੱਲ ਦਿੰਦੇ ਹੋ, ਤਾਂ ਡੈਫੀਨੇਟਲੀ ਤੁਹਾਡੇ ਬਹੁਤ ਵਧੀਆ ਸਕੋਰ ਆਉਂਦੇ ਨੇ, ਠੀਕ ਹੈ। ਐਂਡ ਜੋ ਸਟੂਡੈਂਟਸ 5.5 ਤੇ ਸਟਕ ਨੇ, ਠੀਕ ਹੈ, ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ, ਜਾਂ ਫਿਰ ਜਿਹਨਾਂ ਸਟੂਡੈਂਟਸ ਦੀ 7+ ਰਿਕੁਆਇਰਮੈਂਟ ਹੈਗੀ ਹੈ ਤਾਂ ਉਹ ਵੀ। GT ਸਟੂਡੈਂਟ, ਅਕੈਡਮੀ ਸਟੂਡੈਂਟਸ ਦੋਨੋਂ ਦੇ ਲਈ ਹੀ ਆਪਣੇ ਕੋਲ ਇਹ ਬੈਚ ਹੈ, ਠੀਕ ਹੈ। ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।